ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਬੱਚੇ, ਜਿਹੜਾ ਐਕੂਰੇਟ ਦੀ ਬੁੱਕ ਤੋਂ +2 ਕਲਾਸ ਦਾ ਸਿਰਫ ਇੱਕ ਚੈਪਟਰ ਹੀ ਰਹਿ ਗਿਆ ਸੀਗਾ, ਦੈਟ ਇਜ਼ ਸੋਲਿਊਸ਼ਨ। ਤੋ ਅੱਜ ਮੈਂ ਅਪਲੋਡ ਕਰਦੀ ਪਈ ਹਾਂ ਸੋਲਿਊਸ਼ਨ ਚੈਪਟਰ। ਤੋ ਸੋਲਿਊਸ਼ਨ ਦੇ ਆਪਾਂ ਇੰਪੋਰਟੈਂਟ MCQ ਹੀ ਡਿਸਕਸ ਕਰਾਂਗੇ। ਤੋ ਯੂਨੀਮੈਕਸ 'ਚ ਆਲਮੋਸਟ ਕਵਰ ਹੋ ਚੁੱਕੇ ਸੀ, ਉੱਦਾਂ ਦਾ ਹੀ ਕੰਸੈਪਟ ਆ। ਤੋ ਐਕੂਰੇਟ 'ਚ ਜਿਹੜੇ ਆ ਇੰਪੋਰਟੈਂਟ ਹੀ ਡਿਸਕਸ ਕਰਾਂਗੇ, ਠੀਕ ਹੈ ਜੀ। ਤੋ ਵਿਚ ਆਫ ਦੀ ਫੋਲੋਇੰਗ ਇਜ਼ ਹੈਜ਼ ਹਾਈਐਸਟ ਬੋਇਲਿੰਗ ਪੁਆਇੰਟ। ਤਾਂ ਉਹਦੇ 'ਚ ਵੀ ਦੱਸਿਆ ਸੀਗਾ ਜਿਹਦੇ 'ਚ ਜ਼ਿਆਦਾ ਆਇਨਸ ਬਣਨਗੇ ਉਹਦਾ ਬੋਇਲਿੰਗ ਪੁਆਇੰਟ ਜ਼ਿਆਦਾ ਹੋਏਗਾ। ਤੋ ਜਿਵੇਂ Na+ ਜਿਹੜਾ ਆ ਆਪਣੇ ਕੋਲ ਇੱਕ Na+ ਹੋ ਗਿਆ, ਇੱਕ OH ਨੈਗੇਟਿਵ ਹੋ ਗਿਆ, 2 ਆਇਨਸ। ਇਹਦੇ 'ਚ ਆਪਣੇ ਕੋਲ 2 Na+ ਔਰ ਇੱਕ SO4 2 ਨੈਗੇਟਿਵ, 3 ਆਇਨ। ਇਹਦੇ 'ਚ NH4+ ਔਰ NO3, ਇਹਦੇ 'ਚ ਵੀ 2 ਆਇਨ। ਤੋ ਇਹਦੇ 'ਚ ਜ਼ਿਆਦਾ ਆ ਰਿਹਾ, ਦੈਟਸ ਵਾਈ ਇਹ ਜਿਹੜਾ ਇਹਦਾ ਜ਼ਿਆਦਾ ਕਹਿ ਲਓ ਹਾਈਐਸਟ ਬੋਇਲਿੰਗ ਪੁਆਇੰਟ ਆ। ਦੈਨ ਇਬਲਿਸਕੋਪਿਕ ਕਾਂਸਟੈਂਟ ਇਜ਼, ਤਾਂ ਉਹਦੇ ਯੂਨਿਟ ਦਿੱਤੇ ਹੋਏ ਨੇ। ਤੋ ਇਹਦੇ 'ਚ ਦੇਖੋ ਗਲੂਕੋਜ਼ ਦਾ ਡਿਪਰੈਸ਼ਨ ਇੰਨਾ ਹੈ, ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਐਜ਼ ਕੰਪੇਅਰ ਟੂ ਦਿਸ। ਤੋ ਮੈਗਨੀਸ਼ੀਅਮ ਦੇ 'ਚ ਕਿੰਨੇ ਆਇਨਸ ਆ, 2+ ਔਰ 2 Cl ਨੈਗੇਟਿਵ, ਠੀਕ ਹੈ। ਤੋ 3 ਟਾਈਮਸ ਜਿਹੜਾ ਆ ਉਹ ਜ਼ਿਆਦਾ ਹੋਏਗਾ। ਵਾਂਟ ਆਫ ਫੈਕਟਰ ਆਇਨ ਸਪਲਿਟ ਕਰਕੇ ਦੇਖੋ, KCl 'ਚ 2 ਬਣਨਗੇ, ਇਹਦੇ 'ਚ 2 ਬਣਨਗੇ, ਇਹਦੇ 'ਚ 3 ਬਣਨਗੇ। ਤੋ ਇਹ ਕਰਨ ਦੀ ਲੋੜ ਨਹੀਂ। ਤੋ ਆਪਣੇ ਕੋਲ ਸੋਲਿਊਸ਼ਨ ਆ, ਸਿਰਫ ਉਹਨਾਂ ਦੀ ਕੰਸਨਟ੍ਰੇਸ਼ਨ ਦਾ ਫਰਕ ਹੈ, ਠੀਕ ਹੈ। ਤੋ ਉਹਦੇ 'ਚ ਆਪਣੇ ਕੋਲ ਜਿਹੜਾ ਆ ਉਹਦੇ ਫੈਕਟਰ ਜਿਹੜੇ ਆ ਉਹ ਸੇਮ ਰਹਿਣਗੇ। ਤੋ ਨੈਕਸਟ ਵਨ, ਮੈਕਸੀਮਮ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ। ਮੈਕਸੀਮਮ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਉਹੀ ਸ਼ੋ ਕਰੇਗਾ ਜਿਹਦੇ 'ਚ ਆਪਣੇ ਕੋਲ ਜਿਹੜੇ ਆ ਆਇਨਸ ਜ਼ਿਆਦਾ ਬਣਨਗੇ, ਠੀਕ ਹੈ। ਮੋਲੈਲਿਟੀ ਆਫ ਪਿਓਰ ਵਾਟਰ ਇਜ਼ 5.53। ਤੋ ਇਹਦੇ 'ਚ ਆਪਾਂ ਨੰਬਰ ਆਫ ਮੋਲਸ ਪਤਾ ਕਰਨੇ ਆ। ਤੋ ਇਹ ਕੀ ਦਿੱਤੀ ਹੋਈ ਆ, ਮੋਲੈਰਿਟੀ ਦਿੱਤੀ ਹੈ M। ਤੋ ਮੋਲੈਰਿਟੀ 3 ਆ। ਨੰਬਰ ਆਫ ਮੋਲਸ ਪਤਾ ਕਰਨੇ ਨੇ। ਸੋਡੀਅਮ ਕਲੋਰਾਈਡ ਦਾ ਜਿਹੜਾ ਮੋਲੀਕੂਲਰ ਵੇਟ ਹੁੰਦਾ ਦੈਟ ਇਜ਼ 58.5, ਠੀਕ ਹੈ। ਤੋ ਗਿਵਨ 3 ਲੀਟਰ ਇਜ਼ ਵੋਲੀਅਮ। ਤੋ 3 ਤੋ 1000 ਨਾਲ ਮਲਟੀਪਲਾਈ ਨਹੀਂ ਕਰਾਂਗੇ ਆਪਾਂ, ਠੀਕ ਹੈ ਜੀ। ਤੋ 58 × 3 ਲੀਟਰ ਇਜ਼ ਦੀ ਗਿਵਨ ਵੋਲੀਅਮ। ਤੋ ਇਹਨੂੰ ਇੱਧਰ 3 × 58.5 × 3 ਲੀਟਰ, ਠੀਕ ਹੈ ਜੀ। ਤੋ ਜਦੋਂ ਸੋਲਵ ਕਰਾਂਗੇ ਤਾਂ Na ਦੀ ਵੈਲਿਊ ਆਏਗੀ, ਨੰਬਰ ਆਫ ਮੋਲਸ, ਸੌਰੀ ਇੱਥੇ ਨੰਬਰ ਆਫ ਮੋਲਸ ਪਤਾ ਕਰਨੇ ਆ। ਤੋ ਨੰਬਰ ਆਫ ਮੋਲਸ ਜਿਹੜੇ ਹੁੰਦੇ ਆ Na, ਤੋ ਇਹ ਇੱਥੇ ਆਪਣੇ ਕੋਲ 3 ਲੀਟਰ ਦਿੱਤੀ ਹੋਈ ਹੈ। ਤੋ ਵੋਲੀਅਮ ਆਫ ਸੋਲਿਊਸ਼ਨ, ਤੋ ਇੱਧਰ ਆਪਣੇ ਕੋਲ ਮੋਲੈਲਿਟੀ ਹੈ, ਤੋ 3 × 3 9। ਮੋਲੈਲਿਟੀ ਦਾ ਫਾਰਮੂਲਾ ਦਾ ਨੰਬਰ ਆਫ ਮੋਲਸ ਓਵਰ ਵੋਲੀਅਮ ਆਫ ਸੋਲਿਊਸ਼ਨ, ਠੀਕ ਹੈ। ਤੋ ਇਹ 3 ਲੀਟਰ ਆ, ਇਹ 3 ਆ, ਇਹ ਪਤਾ ਕਰਨਾ, ਤੋ ਨਾ ਆ ਜਾਏਗਾ। ਤੋ ਸੋਡੀਅਮ ਸੇਮ ਕੁਐਸਚਨ। ਤੋ 0.6 ਗ੍ਰਾਮ ਆਫ dissolved in 100 ग्राम ऑफ वाटर, तो मतलब 0.6 ग्राम यूरिया। WV इज गिवन 0.6। MA यूरिया का जोड़ा मोलर मास वो पता करना, ठीक है, इनटू KB, ठीक है जी। और सॉरी इत्थे KB नहीं होना, इत्थे होना है WA 100 ग्राम सॉल्वेंट का वेट, ठीक है। इत्थे आएगा 1000 KB, ओके। तो ये डेल्टा TB। तो इस फार्मूले के अकॉर्डिंग तो जोड़ा अपने को डेल्टा TB की चेंज कितना चेंज आ गया, लेट को उन्होंने जिन्ना भी आएगा चेंज, ठीक है, उन्होंने इस फार्मूले तो तुम सॉल्व कर सकते हो। तो डेल्टा TB इज TB - TB0, तो प्योर का आएगा तो फाइंड कर सकते हो। तो इतने डायरैक्ट लगाओ फार्मूला, पाई इज इक्वल टू CRT। कंसनट्रेशन गिवन है, R पता है, टैंपरेचर पता है, तो जोड़ा ऑस्मोटिक प्रैशर निकल सकता। आइसोटोनिक जिन्होंने आयनस सेम आ, तो ये बनते हैं 3, ये भी 3 बनते हैं। तो हाईएस्ट बॉइलिंग पॉइंट जिदे आयन ज़्यादा होंगे। तो एलिवेशन ऑफ बॉइलिंग पॉइंट ऑफ सोल्यूशन kg, तो सेम अपने एलिवेशन फाइंड करना है, ठीक है। तो कितना एलिवेशन मतलब किन्ने राइज होया होगा, डेल्टा TB तो ही पता करेंगे फार्मूला अप्लाई करके।
नेक्स्ट 120 ग्राम ऑफ यूरिया इज 100 ग्राम, डेंसिटी इन्नी है, मोलैरिटी पता करनी है तो 100 ग्राम मतलब 1000 ग्राम इज वाटर, ठीक है। डिजॉल्विंग 120 ग्राम ऑफ यूरिया इन 100 ग्राम ऑफ वाटर गिव अ सोल्यूशन डेंसिटी इन्नी है। तो मोलैरिटी लिए वॉल्यूम चाहिए तो मास इज डेंसिटी इज इक्वल टू मास अपॉन वॉल्यूम। तो टोटल जी अपने को सोल्यूशन का जोड़ा मास कितना हो गया 120 ए हो गया, 1000 ए हो गया, तो 120, ठीक है। तो डेंसिटी गिवन है 1.15। तो वॉल्यूम आ जाएगी, नंबर ऑफ मोल्स आप यूरिया के जोड़े पता कर सकते हो, गिवन 120 है डिवाइड बाय इट्स मोलर मास। तो इस तरह सॉल्व कर सकते हैं, तो लोड नहीं करन दी। लार्जेस्ट फ्रीजिंग पॉइंट डिप्रैशन, तो लार्जेस्ट फ्रीजिंग पॉइंट डिप्रैशन होता होंगे जिहदे च कोई भी आयन ना आवे। नैक्सट मोल फ्रैक्शन ऑफ जोड़ा 1 मोलाल एक्वस सोल्यूशन, तो वही पता करनी है। तो 1 इज़ दी सोल्यूशन, तो 1 प्लस इत्थे लिख रही हूँ मैं, एन ए इज़ 1, एन बी इज़ वाटर, तो वाटर का 18 आ, तो 1000 चो लवांगे, तो 18 डिवाइड बाय 1000। तो तुसीं इहनूं सॉल्व करोगे तो आंसर 0.017 आएगा। नैक्सट डिप्रैशन लिए भी सेम फॉर्मूला जोड़ा डेल्टा टी एफ वाला, टी बी की जगह, तो इत्थे 5 × 5 कर दिओ 25 आ जाएगी। एक्सप्रैशन पार्ट्स पर मिलियन इज़ यूज टू ट्रेस क्वांटिटीज़ ਲਈ लो कंसनट्रेशन हो जाती है जो हाई एल्टीट्यूड से ड्यू टू उत्थे एटमोसफेरिक प्रैशर घट होने करके की आ ज़्यादा गैस डिजोल्व नहीं होंगी, जिहदे करके ब्रीथिंग की प्रॉब्लम आती है। तो स्ट्रेंथ अगर अपने पॉजिटिव इक्वेशन जो मिथेनॉल है, मिथेनॉल इज़ CH3OH, ठीक है, और एसीटोन इज़ CH3CO, जो ये पहला सीगे इन्हां च मिथेनॉल च अपने को हाइड्रोजन बॉन्डिंग हो रही सी, बट जो ये डिजोल्व किया गया इन्होंने ये हाइड्रोजन बॉन्डिंग नहीं हुई, जिहदे करके इंट्रैक्शन वीक हो गई और वेपर प्रैशर जोड़ा वो इनक्रीज़ हो गया। So following should highest boiling point to same, that is factor number of ions the value of Henry constant जी होंगी है it losses water due to reverse KH जी होंगी है that is constant for that is greater smaller होएगी जिन्हों की ज़्यादा solubility होएगी। तो इत्थे गलत दिता होया it will be हायर फॉर लोअर सॉल्युबिलिटी गैसेस। तो अगर मोलैरिटी सोल्यूशन की डबल कर दी गई है तो KF जोड़ा कॉन्सटेंट, तो KF इज़ नॉट इज़ कॉन्सटेंट, तो उन्होंने कोई फर्क नहीं पएगा। नैक्सट फाइंड करनी है अपने वॉल्यूम ऑफ एसिड रिक्वायर्ड टू मेक 1 लीटर। तो वैसे तो इदा का आएगा नहीं गा, तो सेम दैट जोड़ा सॉरी मैं पिछे गलत लिखता सीगा 1000 इज दी टोटल वेट गिवन वेट डिवाइड बाय मोलर मास नंबर ऑफ मोल्स, ठीक है। तो इस अकॉर्डिंग तो अगर अपने फाइंड करना है वेपर प्रेशर बॉइलिंग पॉइंट एट 100 डिग्री सेल्सियस वेपर प्रेशर अपन ऑफ सोल्यूशन 6.5 ग्राम इज गिवन वेट, WA इज़ 100 ग्राम, तो जोड़ा अपन दिता होया KB गिवन है, ठीक है। तो कितना सीगा 760 सीगा, ठीक है जी। 732 पहला इतने गिवन नहीं है, सोल्यूशन ऑफ 100 ग्राम इज 732 mm। इफ KB इज़ दिस दैन अपा इतने 760 गिवन होना चाहिए कि उदों इन्ना सीगा, तो XB इज़ एन N2 और N1, ठीक है। तो इतने इन्होंने N1 वाटर में लैके वह फॉर्मूला लगाया 18, तो डेल्टा TB इज़ KB इंटू M। तो इतने वैल्यूज पुट करो, N2 इज़ दी
ਜਿਹੜਾ ਆਪਣੇ ਕੋਲ ਵੇਟ ਆ ਕਿੰਨੇ ਉਹਦੀ ਕੰਸਨਟ੍ਰੇਸ਼ਨ ਆ ਨੰਬਰ ਆਫ ਮੋਲਸ। ਫॉर ਆਈਡੀਅਲ ਸੋਲਿਊਸ਼ਨ ਇਨਕਰੈਕਟ ਫॉर ਆਈਡੀਅਲ ਸੋਲਿਊਸ਼ਨ ਲਈ ਆਪਣੇ ਕੋਲ ਜੀ ਜਿਹੜਾ ਉਹ ਮਿਕਸਿੰਗ ਦੇ ਇਕੁਅਲ ਨਹੀਂ ਹੁੰਦਾ, ਉਹਦੇ 'ਚ ਆਪਣੇ ਕੋਲ ਇਕੁਇਲਿਬਰੀਅਮ ਨਹੀਂ ਆਉਂਦਾ। 18 ਗ੍ਰਾਮ ਦਿੱਤਾ ਹੋਇਆ ਤੋ ਟੈਂਪਰੇਚਰ ਪਤਾ ਕਰਨਾ KB ਫॉर ਵਾਟਰ ਇੰਨਾ ਆ, ਮਤਲਬ ਕਿੰਨੇ ਟੈਂਪਰੇਚਰ 'ਤੇ ਬੋਇਲ ਹੋਏਗਾ। ਤੋ ਮੋਲੈਲਿਟੀ ਦਿੱਤੀ ਹੋਈ 0.1 ਤੋਂ ਡਾਇਰੈਕਟ 0.1 ਪੁੱਟ ਕਰੋ KB ਦੀ ਤੋਂ 0.052 ਆ ਗਿਆ। ਤੋ ਜਿਹੜਾ ਵਾਟਰ ਆ ਉਹ ਨੋਰਮਲ ਬੋਇਲ ਕਰਦਾ ਆ 100 ਡਿਗਰੀ 'ਤੇ। ਤੋ ਅਗਰ ਆਪਾਂ ਉਹਦੇ 'ਚ ਐਡ ਕਰਤੇ 0.052 ਤੋਂ ਉਹ ਇੰਨੇ ਰਾਈਜ਼ ਹੋ ਗਿਆ ਡਿਗਰੀ। ਵਿਚ ਹੈਜ਼ ਦੀ ਹਾਈਐਸਟ ਫਰੀਜ਼ਿੰਗ ਪੁਆਇੰਟ। ਤੋ ਫਰੀਜ਼ਿੰਗ ਪੁਆਇੰਟ ਉਹਨਾਂ ਦਾ ਜ਼ਿਆਦਾ ਹੁੰਦਾ ਜਿਨ੍ਹਾਂ 'ਚ ਕੋਈ ਆਇਨਸ ਨਹੀਂ ਹੁੰਦੇ। ਅਗਰ ਡਿਪਰੈਸ਼ਨ ਦੀ ਗੱਲ ਕਰੀਏ, ਡਿਪਰੈਸ਼ਨ ਉਹਨਾਂ ਦਾ ਹੋਊਗਾ ਜਿਨ੍ਹਾਂ 'ਚ ਆਇਨਸ ਹੋਣਗੇ, ਠੀਕ ਹੈ। ਤਾਂ ਮੋਸਟਲੀ ਇੱਦਾਂ ਦੇ ਕੁਐਸਚਨ ਹੁੰਦੇ। ਕੋਲੀਗੇਟਿਵ ਪ੍ਰੋਪਰਟੀ ਆਸਮੋਟਿਕ ਪ੍ਰੈਸ਼ਰ ਹੁੰਦੀਆਂ ਆ, ਲੋਰਿੰਗ ਇਨ ਵੇਪਰ ਪ੍ਰੈਸ਼ਰ ਹੁੰਦਾ ਆ, ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਐਂਡ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਤਾਂ ਵੌਂਟ ਆਫ ਫੈਕਟਰ ਕੈਲਸ਼ੀਅਮ ਨਾਈਟ੍ਰੇਟ 2 ਦਾ, ਠੀਕ ਹੈ। ਤਾਂ ਕੈਲਸ਼ੀਅਮ 2 + 2NO3 ਤੋਂ 3 ਆਇਨਸ ਬਣਿਆ, ਇਸ ਕਰਕੇ 3। ਵਿਚ ਆਫ ਦੀ ਫੋਲੋਇੰਗ ਇਜ਼ ਕੰਸਨਟ੍ਰੇਸ਼ਨ ਦੇ ਨਾਲ ਰਿਲੇਟਡ, ਦੈਟ ਇਜ਼ ਦੀ ਮੋਲ ਫ੍ਰੈਕਸ਼ਨ। ਇਬਲਿਸਕੋਪਿਕ ਦੇ ਕੌਂਸਟੈਂਟ ਤੋਂ ਇਹਨਾਂ ਦੇ KBr 'ਚ 2 ਨੇ, NaBr 'ਚ 2 ਨੇ ਔਰ Na2S4 'ਚ 3 ਆਇਨਸ ਬਣਦੇ ਆ। ਮੋਲੈਲਿਟੀ ਇਜ਼ ਮੋਲ ਪਰ kg ਤੋਂ ਵੀ ਕੁਐਸਚਨ ਆਇਆ ਸੀਗਾ। ਵੌਂਟ ਆਫ ਫੈਕਟਰ ਆਫ ਸੋਲਿਊਟ ਦੈਟ ਐਸੋਸੀਏਟ ਉਹਦੇ ਲਈ ਹਮੇਸ਼ਾ <1 ਹੁੰਦਾ। ਮੋਲੈਲਿਟੀ ਆਫ 0.4 ਨੋਰਮਲ ਤੋਂ ਮੋਲੈਰਿਟੀ ਔਰ ਨੋਰਮੈਲਿਟੀ ਦਾ ਰਿਲੇਸ਼ਨ ਹੁੰਦਾ ਮੋਲੈਰਿਟੀ ਇੰਟੂ ਬੇਸਿਸਿਟੀ। तो H2SO4 ਕਿੱਦਾਂ ਟੁੱਟਦਾ 2H+ ਔਰ SO4 2 ਨੈਗੇਟਿਵ ਤੋਂ 2 ਆਇਨਾਈਜ਼ੇਬਲ ਹੁੰਦੇ ਨੇ ਇਹਦੇ 'ਚ H ਤੋਂ × 2। ਵੈਸੇ ਤਾਂ ਜਿੱਦਾਂ ਆਪਾਂ ਸਟਰਕਚਰਸ ਬਣਾ ਕੇ ਦੇਖਦੇ ਹਾਂ ਤਾਂ ਇਹਦੇ 'ਚ 2 OH ਹੁੰਦੇ, ਦੈਟਸ ਵਾਈ ਵੀ ਚੈੱਕ ਬੇਸਿਸਿਟੀ। ਨੈਕਸਟ ਵਨ ਪੋਜ਼ੀਟਿਵ ਡਜ਼ ਨੋਟ ਸ਼ੋ ਪੋਜ਼ੀਟਿਵ ਡਿਵੀਏਸ਼ਨ ਕਲੋਰੋਫੋਮ ਐਂਡ ਐਸੀਟੋਨ ਬਿਕੋਜ਼ ਕਲੋਰੋਫੋਮ ਜਿਹੜੇ ਹੁੰਦੀ ਆ ਉਹਦੇ 'ਚ ਹਾਈਡਰੋਜਨ ਬੌਂਡਿੰਗ ਹੋ ਜਾਂਦੀ ਆ ClCH। ਤੋ ਆ ਜਿਹੜਾ ਹਾਈਡਰੋਜਨ ਆ ਐਸੀਟੋਨ ਦਾ ਆਕਸੀਜਨ, ਤੋ ਇਹਨਾਂ 'ਚ ਇੰਟਰੈਕਸ਼ਨ ਸਟਰੋਂਗ ਹੋ ਜਾਂਦੀਆਂ। ਆ ਹਾਈਡਰੋਜਨ ਆ ਆਕਸੀਜਨ, ਇਹਨਾਂ 'ਚ ਹਾਈਡਰੋਜਨ ਬੌਂਡਿੰਗ ਹੋ ਜਾਂਦੀ ਆ। ਐਸੀਟੋਨ ਦਾ ਆਕਸੀਜਨ ਆ ਜਿਹਦੇ ਕਰਕੇ ਇੰਟਰੈਕਸ਼ਨ ਵੀਕ ਹੋ ਜਾਂਦੀ ਔਰ ਵੇਪਰ ਪ੍ਰੈਸ਼ਰ ਘੱਟ ਜਾਂਦਾ। ਆਈਸੋਟੋਨਿਕ ਸੋਲਿਊਸ਼ਨ 'ਚ ਆਪਣੇ ਕੋਲ ਸੇਮ ਓਸਮੋਟਿਕ ਪ੍ਰੈਸ਼ਰ ਹੁੰਦਾ ਆ। ਔਰ ਐਕੋ ਸੋਲਿਊਸ਼ਨ ਆਫ ਮਿਥੇਨੋਲ ਹੈਜ਼ ਵੇਪਰ ਪ੍ਰੈਸ਼ਰ। ਮਿਥੇਨੋਲ ਦਾ ਐਕੋ ਸੋਲਿਊਸ਼ਨ ਮਤਲਬ ਉਹਦੇ 'ਚ ਹਾਈਡਰੋਜਨ ਬੌਂਡਿੰਗ ਆ, ਤਾਂ ਹਾਈਡਰੋਜਨ ਬੌਂਡਿੰਗ ਹੋਣ ਕਰਕੇ ਉਹਦਾ ਜ਼ਿਆਦਾ ਹੋਏਗਾ। ਤਾਂ ਸੇਮ ਉਹੀ ਰਿਪੀਟਡ ਕੁਐਸਚਨ ਨੇ ਕਿ ਕਿਹਦਾ ਬੋਇਲਿੰਗ ਪੁਆਇੰਟ ਜ਼ਿਆਦਾ, ਕਿਹਦਾ ਵੇਪਰ ਪ੍ਰੈਸ਼ਰ ਜ਼ਿਆਦਾ। ਸੋਲੂਬਿਲਿਟੀ ਗੈਸਿਸ ਦੀ ਹਮੇਸ਼ਾ ਡਿਕਰੀਜ਼ ਕਰੂਗੀ ਅਗਰ ਆਪਾਂ ਟੈਂਪਰੇਚਰ ਵਧਾਵਾਂਗੇ, ਕਿਉਂਕਿ ਕਿਨੈਟਿਕ ਐਨਰਜੀ ਵਧਣ ਕਰਕੇ ਉਹ ਦੂਰ ਦੂਰ ਚਲ ਜਾਂਦੇ। ਤਾਂ ਬਾਈਨਰੀ ਸੋਲਿਊਸ਼ਨ 2 ਕੰਪੋਨੈਂਟ ਹੁੰਦੇ ਆ, ਸੋਲਵੈਂਟ ਐਂਡ ਸੋਲਿਊਟ। ਮੋਲਾਲ ਐਲੀਵੇਸ਼ਨ ਕੌਂਸਟੈਂਟ ਇਜ਼ ਐਬਲਿਓਸਕੋਪਿਕ ਕੌਂਸਟੈਂਟ। ਤੋ ਇਹ ਕੁਛ ਇੰਪੋਰਟੈਂਟ ਕੁਐਸਚਨ ਨੇ। ਮੋਲੈਰਿਟੀ ਜਿਹੜੀ ਹੁੰਦੀ ਆ ਮੋਲ ਪਰ ਲੀਟਰ 'ਚ ਹੁੰਦੀ ਆ। ਇੱਥੇ ਨੂਮੈਰੀਕਲ ਵੀ ਦਿੱਤੇ ਹੋਣਗੇ, ਤੋ ਨੂਮੈਰੀਕਲ ਦੀ ਜ਼ਿਆਦਾ ਪ੍ਰੈਕਟਿਸ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਨੂਮੈਰੀਕਲ 3 ਨੰਬਰ ਦਾ ਆਉਣਾ ਆ। ਤੋ ਨੂਮੈਰੀਕਲ ਦਿੱਤੇ ਹੋਏ ਨੇ, ਇੱਥੇ ਕਾਫੀ ਦਿੱਤੇ ਹੋਏ ਨੇ ਨੂਮੈਰੀਕਲ, ਠੀਕ ਹੈ, ਜਿਵੇਂ ਆਹ ਵਾਲੇ। ਤੋ ਵਿਦ ਸੋਲਿਊਸ਼ਨ ਹੈ, ਠੀਕ ਹੈ, ਕਿ ਆਪਣੇ ਕੋਲ ਮੋਲੈਰਿਟੀ ਕਿੰਨੀ ਹੈ, ਮੋਲੈਰਿਟੀ ਦੇ ਦਿੱਤੇ ਹੁੰਦੇ ਆ। ਮੋਲੈਰਿਟੀ 'ਤੇ ਆਏਗਾ ਇੱਕ ਕੁਐਸਚਨ, ਇੱਕ ਐਲੀਵੇਸ਼ਨ ਜਾਂ ਡਿਪਰੈਸ਼ਨ 'ਤੇ ਆ ਸਕਦਾ ਆ। ਨੰਬਰ ਆਫ ਮੋਲਸ ਫਾਈਂਡ ਕਰਨੇ ਆ ਸਕਦੇ ਆ, ਮੋਲ ਫ੍ਰੈਕਸ਼ਨ ਫਾਈਂਡ ਕਰਨੀ ਆ ਸਕਦੀ ਆ। ਤੋ ਇੱਦਾਂ ਦੇ ਆ ਸਕਦੇ ਨੇ, ਠੀਕ ਹੈ। ਤੋ ਨੂਮੈਰੀਕਲ ਦਾ ਮੈਂ ਤੁਹਾਨੂੰ ਫਾਰਮੂਲੇ ਦੇ ਅਕੋਰਡਿੰਗ ਕੰਸੈਪਟ ਦੱਸਤਾ ਸੀਗਾ। ਅਗਰ ਕੋਈ ਤੁਹਾਨੂੰ ਦਿੱਕਤ ਆਏਗੀ ਤਾਂ ਤੁਸੀਂ ਟੈਲੀਗ੍ਰਾਮ 'ਤੇ ਆਪਣਾ ਡਾਊਟ ਕਲੀਅਰ ਕਰ ਲਿਓ ਜਾਂ ਤੁਸੀਂ ਕਮੈਂਟ ਸੈਕਸ਼ਨ 'ਚ ਵੀ ਕਮੈਂਟ ਕਰਕੇ ਪੁੱਛ ਸਕਦੇ ਹੋ। ਬਾਕੀ ਜਿਹੜਾ ਆਪਣੀ 30th ਔਰ 2 ਦਸੰਬਰ ਤੱਕ ਯੂਨੀਮੈਕਸ ਬੁੱਕ ਵੀ ਖ਼ਤਮ ਹੋ ਜਾਏਗੀ, ਠੀਕ ਹੈ। ਉਸ ਤੋਂ ਬਾਅਦ ਮੈਂ ਜਿਹੜਾ ਦਿਨੇਸ਼ ਦੀ ਐਕਸਲ ਸੀਰੀਜ਼ ਦੀਆਂ PDF ਭੇਜ ਦੂੰਗੀ, ਉਹ ਜਸਟ PDF ਤੋਂ ਪੜ੍ਹ ਲਿਓ। ਉਹਦੇ 'ਚ ਕਾਫੀ ਇੰਪੋਰਟੈਂਟ ਕੁਐਸਚਨ ਦਿੱਤੇ ਨੇ, ਆ ਸਕਦੇ ਨੇ ਉਹਦੇ 'ਚ। ਤੋ ਉਹ ਸਪੈਸ਼ਲੀ ਪੰਜਾਬ ਬੋਰਡ ਵਾਲਿਆਂ ਲਈ ਹੀ ਆਈ ਸੀਗੀ, ਠੀਕ ਹੈ ਜੀ। ਤੋ ਉਹ ਪ੍ਰੈਕਟਿਸ ਲਈ ਕੁਐਸਚਨ ਦਿੱਤੇ ਹੋਏ ਨੇ, ਸੈਲਫ ਅਸੈਸਮੈਂਟ ਕੁਐਸਚਨ ਨੇ, ਠੀਕ ਹੈ। ਐਪਲੀਕੇਸ਼ਨ ਬੇਸਡ ਨੌਲੇਜ ਬੇਸਡ ਕੁਐਸਚਨ, ਠੀਕ ਹੈ, ਔਰ ਅੰਡਰਸਟੈਂਡਿੰਗ ਬੇਸਡ ਕੁਐਸਚਨ ਦਿੱਤੇ ਹੋਏ ਨੇ। ਸੋ ਥੈਂਕ ਯੂ ਫॉर ਵਾਚਿੰਗ।
Please like, share, subscribe my channel. ਤੁਹਾਨੂੰ ਇਹਦਾ PDF ਵੈਸੇ ਤਾਂ ਮੈਂ ਸਾਰੀ ਬੁੱਕ ਸੈਂਡ ਕਰ ਦਿੱਤੀ ਸੀਗੀ, ਠੀਕ ਹੈ। ਉਹਦਾ PDF ਜਿਹੜਾ ਤੁਹਾਨੂੰ ਟੈਲੀਗ੍ਰਾਮ 'ਤੇ ਮਿਲ ਜਾਏਗਾ। ਟੈਲੀਗ੍ਰਾਮ ਦੀ ਸੇਮ ਹੀ ਪ੍ਰੋਫਾਈਲ ਆ। ਪਲੀਜ਼ ਸਪੋਰਟ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ। ਆਲਸੋ ਸ਼ੇਅਰ ਵਿਦ ਯੂਅਰ ਫਰੈਂਡਸ। ਥੈਂਕ ਯੂ।